हाउ आर यू वेलकम टू योर बॉटनी लैक्चर बेटा ਆਪਾਂ ਅੱਜ ਸਟਾਰਟ ਕਰਾਂਗੇ ਨਿਊ ਚੈਪਟਰ ਇਕੋਲੋਜੀਕਲ ਸਕਸੈਸ਼ਨ। ਹੁਣ ਸਕਸੈਸ਼ਨ ਦਾ ਮਤਲਬ ਹੁੰਦਾ ਆ ਸਟੈਪ ਬਾਏ ਸਟੈਪ ਜਿਹੜੇ ਡਿਵੈਲਪਮੈਂਟ ਇੰਨਾ ਹੋਇਆ ਆ ਇੱਕ ਬੇਅਰ ਏਰੀਆ ਮਤਲਬ ਬੰਜਰ ਜ਼ਮੀਨ ਜਿੱਥੇ ਕੁਝ ਵੀ ਨਹੀਂ ਸੀਗਾ ਉਹ ਤੋਂ 100 ਸਾਲਾਂ 'ਚ ਜਾਂ ਮਿਲੀਅਨ ਈਅਰਸ ਹਜ਼ਾਰਾਂ ਸਾਲਾਂ ਦੇ ਵਿੱਚ ਇੱਕ ਸਟੇਬਲ ਜਾਂ ਫਿਰ ਡੈਵਲਪਡ ਕਮਿਊਨਿਟੀ ਦਾ ਜਦੋਂ ਡਿਵੈਲਪਮੈਂਟ ਹੋ ਜਾਂਦਾ ਵਿਕਾਸ ਹੋ ਜਾਂਦਾ ਆ ਉਹਨੂੰ ਅਸੀਂ ਕਹਿੰਦੇ ਆ ਇਕੋਲੋਜੀਕਲ ਸਕਸੈਸ਼ਨ। ਹੁਣ ਇਕੋਲੋਜੀਕਲ ਸਕਸੈਸ਼ਨ ਜਿਹੜਾ ਆ ਉਹ ਇੱਥੇ ਬੇਟਾ ਤੁਸੀਂ ਗਿਵਨ ਏਰੀਆ ਕਰਨਾ ਆ, ਇਹ ਬਾਈ ਮਿਸਟੇਕ ਲਿਖ ਹੋ ਗਿਆ ਆ। ਤੇ ਇਕੋਲੋਜੀਕਲ ਸਕਸੈਸ਼ਨ ਹੈ ਕੀ ਐਕਚੁਅਲੀ ਦੇ ਵਿੱਚ? ਇਕੋਲੋਜੀਕਲ ਸਕਸੈਸ਼ਨ ਜਿਹੜਾ ਆ ਇਟ ਇਜ਼ ਜੇ ਇਹਨੂੰ ਡਿਫਾਈਨ ਕਰਨਾ ਹੋਵੇ ਤਾਂ ਪ੍ਰੋਸੈਸ ਆਫ ਰਿਪਲੇਸਮੈਂਟ ਆਫ ਵਨ ਕਮਿਊਨਿਟੀ ਬਾਈ ਅਨਦਰ ਕਮਿਊਨਿਟੀ। ਮਤਲਬ ਕਿਤੇ ਇੱਕ ਤਰ੍ਹਾਂ ਦੇ ਸਪੀਸ਼ੀਜ਼ ਸੀਗੇ, ਫਿਰ ਇਨਵਾਇਰਮੈਂਟਲ ਕਲਾਈਮੈਟਿਕ ਹਰ ਫੈਕਟਰ ਦੇ ਚੇਂਜ ਹੋਣ ਨਾਲ ਉਸ ਜਗ੍ਹਾ 'ਤੇ ਦੂਸਰੀ ਕਮਿਊਨਿਟੀ ਡਿਵੈਲਪ ਹੋ ਗਈ, ਇਹਨੂੰ ਅਸੀਂ ਕਹਿੰਦੇ ਆ ਇਕੋਲੋਜੀਕਲ ਸਕਸੈਸ਼ਨ। ਹੁਣ ਇਹ ਜਿਹੜੀ ਰਿਪਲੇਸਮੈਂਟ ਹੋਈ ਆ ਕੋਈ ਇੱਕ ਦਿਨ 'ਚ ਨਹੀਂ ਹੋਈ ਹੋਏਗੀ, ਹੋ ਸਕਦਾ 100 ਸਾਲਾਂ 'ਚ ਹੋਈ ਹੋਵੇ, ਹੋ ਸਕਦਾ ਹਜ਼ਾਰਾਂ ਸਾਲਾਂ ਦੇ ਵਿੱਚ ਹੋਈ ਹੋਵੇ। ਸੋ ਇਹ ਸਟੈਪ ਬਾਏ ਸਟੈਪ ਪ੍ਰੋਸੈਸ ਹੈ। ਫਿਰ ਚੇਂਜਸ ਕਿਸੇ ਵੀ ਕਮਿਊਨਿਟੀ 'ਚ ਬਹੁਤ ਹੌਲੀ ਹੌਲੀ ਹੁੰਦੀਆਂ ਆ। ਅਗਰ ਉੱਥੇ ਕੋਈ ਵੈਸੇ ਡਿਸਟਰਬੈਂਸ ਹੋ ਜਾਂਦੀ ਆ ਤਾਂ ਫਿਰ ਦੀ ਦੁਬਾਰਾ ਚੇਂਜਸ ਜਿਹੜੀਆਂ ਉਹ ਸਟਾਰਟ ਹੋਣਗੀਆਂ। ਜਿਵੇਂ ਹੁਣ ਫੋਰੈਸਟ ਦੇ ਵਿੱਚ ਕਈ ਵਾਰ ਫੋਰੈਸਟ ਫਾਇਰ ਆ ਜਾਂਦੀ ਆ ਜਾਂ ਅਸੀਂ ਫੋਰੈਸਟ ਕੱਟ ਦਿੰਦੇ ਹਾਂ, ਡੀਫੋਰੈਸਟੇਸ਼ਨ, ਕਈ ਵਾਰ ਹੜ੍ਹ ਆ ਜਾਂਦੇ ਆ, ਤਾਂ ਇਹਦੇ ਨਾਲ ਕੀ ਆ ਹੈਬੀਟੇਟ ਜਿਹੜਾ ਉਹ ਡਿਸਟਰਬਡ ਹੋ ਜਾਂਦਾ ਆ ਅਤੇ ਫਿਰ ਆਪਣੇ ਆਪ ਹੀ ਨੈਚੁਰਲੀ ਉੱਥੇ ਇੱਕ ਕਮਿਊਨਿਟੀ ਜਿਹੜੀ ਆ ਫਿਰ ਦੀ ਡਿਵੈਲਪ ਹੁੰਦੀ ਆ। ਤਾਂ ਇਹ ਸਾਰਾ ਸਕਸੈਸ਼ਨ ਦੇ ਤਹਿਤ ਹੁੰਦਾ ਆ। ਸਭ ਤੋਂ ਪਹਿਲਾਂ ਹਲਟ ਸਾਇੰਟਿਸਟ ਸੀਗਾ HULT, ਉਹ ਸਾਇੰਟਿਸਟ ਨੇ ਕੋਇਨ ਕੀਤੀ ਸੀਗੀ ਇਹ ਟਰਮ ਸਕਸੈਸ਼ਨ ਇਨ 1885। ਹੁਣ ਇਹ ਵੀ ਡਿਫਾਈਨ ਕਰਨਾ ਹੋਵੇ ਤਾਂ ਪਤਾ ਹੀ ਆ ਆਰਡਰਲੀ ਚੇਂਜਸ ਇਨ ਦਾ ਕਮਿਊਨਿਟੀ। ਕਲੀਮੈਂਟ ਇੱਕ ਸਾਇੰਟਿਸਟ ਸੀਗਾ ਜਿਹਨੇ 1907-1916 ਦੇ ਵਿੱਚ ਡਿਟੇਲ ਸਟੱਡੀ ਕੀਤੀ ਸੀ ਇਕੋਲੋਜੀਕਲ ਸਕਸੈਸ਼ਨ 'ਤੇ। ਫਿਰ ਓਡਮ ਨੇ ਡੈਫੀਨੇਸ਼ਨ ਦਿੱਤੀ ਸੀ ਸਕਸੈਸ਼ਨ ਦੀ। ਡੈਫੀਨੇਸ਼ਨ ਇੱਕੋ ਹੀ ਆ ਜਿਹੜੀ ਆਪਾਂ ਉੱਪਰ ਪੜ੍ਹੀ ਹੈ। ਇਕੋਲੋਜੀਕਲ ਸਕਸੈਸ਼ਨ ਇਹਨੂੰ ਅਸੀਂ ਬਾਇਓਟਿਕ ਸਕਸੈਸ਼ਨ ਵੀ ਕਹਿ ਸਕਦੇ ਹਾਂ, ਇਹਨੂੰ ਪਲਾਂਟ ਸਕਸੈਸ਼ਨ ਵੀ ਕਹਿ ਸਕਦੇ ਹਾਂ। ਇਹ ਨੈਚੁਰਲ ਡਿਵੈਲਪਮੈਂਟ ਆ ਆਫ ਸੀਰੀਜ਼ ਆਫ ਬਾਇਓਟਿਕ ਕਮਿਊਨਿਟੀਜ਼ ਵਨ ਆਫਟਰ ਦਾ ਅਨਦਰ ਇਨ ਦਾ ਸੇਮ ਏਰੀਆ। ਮਤਲਬ ਆ ਜਿੱਦਾਂ ਹੁਣ ਤੁਸੀਂ ਦੇਖਿਆ ਕਿ ਚੱਟਾਨਾਂ 'ਤੇ ਕੋਈ ਵੀ ਜਿਹੜਾ ਪਲਾਂਟ ਆਰਗੈਨਿਜ਼ਮ ਜਾਂ ਐਨੀਮਲਸ ਗਰੋ ਕਰਨਾ ਸ਼ੁਰੂ ਹੋਣਗੇ, ਫਿਰ ਉਹਨਾਂ ਦੀ ਪੂਰੀ ਜਿਹੜੀ ਕਮਿਊਨਿਟੀ ਡਿਵੈਲਪ ਹੋਈ ਉਹ ਮਰੇ ਆਪਣੀ ਲਾਈਫ ਬਤੀਤ ਕਰਕੇ, ਫਿਰ ਸੈਕਿੰਡ ਤਰ੍ਹਾਂ ਦੇ ਪਲਾਂਟਸ ਐਨੀਮਲਸ ਆ ਗਏ। ਤਾਂ ਇਹ ਸਾਰਾ ਜਿਹੜਾ ਕਈ ਸਾਲਾਂ ਦੇ ਵਿੱਚ ਜਿਹੜਾ ਪ੍ਰੋਸੈਸ ਹੁੰਦਾ ਇਹਨੂੰ ਅਸੀਂ ਸਕਸੈਸ਼ਨ ਕਹਿੰਦੇ ਹਾਂ। ਹੁਣ ਫਸਟ ਬਾਇਓਟਿਕ ਕਮਿਊਨਿਟੀ ਜਿਹੜੀ ਡਿਵੈਲਪ ਹੋਈ ਸੀ ਬੇਅਰ ਏਰੀਆ ਮਤਲਬ ਬੰਜਰ ਜ਼ਮੀਨ 'ਤੇ, ਉਹਨੂੰ ਆਪਾਂ ਕਹਿੰਦੇ ਹਾਂ ਪਾਇਨੀਅਰ ਕਮਿਊਨਿਟੀ। ਤਾਂ ਇਹ ਪਾਇਨੀਅਰ ਕਮਿਊਨਿਟੀ ਬੇਟਾ ਇੰਪੋਰਟੈਂਟ ਆ। ਇਹਨੂੰ ਪਾਇਨੀਅਰ ਕਮਿਊਨਿਟੀ ਤੁਹਾਨੂੰ 1 ਮਾਰਕ 'ਚ ਪੁੱਛ ਸਕਦੇ ਆ। ਸੋ ਜਿਹੜੀ ਸਭ ਤੋਂ ਪਹਿਲਾਂ ਬਾਇਓਟਿਕ ਕਮਿਊਨਿਟੀ ਜਾਂ ਸਭ ਤੋਂ ਪਹਿਲਾਂ ਲਿਵਿੰਗ ਆਰਗੈਨਿਜ਼ਮ ਕਿਸੇ ਵੀ ਬੇਅਰ ਏਰੀਆ 'ਤੇ ਜਿੱਥੇ ਕੋਈ ਵੀ ਪਹਿਲਾਂ ਲਿਵਿੰਗ ਆਰਗੈਨਿਜ਼ਮ ਨਹੀਂ ਡਿਵੈਲਪ ਹੋਏ ਸੀ, ਉਸ ਏਰੀਆ ਦੇ ਵਿੱਚ ਜਦੋਂ ਫਸਟ ਓਰੀਜੀਨੇਟ ਕਰਦੇ ਆ ਤਾਂ ਉਹਨੂੰ ਆਪਾਂ ਕਹਿੰਦੇ ਆ ਪਾਇਨੀਅਰ ਕਮਿਊਨਿਟੀ। ਹੌਲੀ ਹੌਲੀ ਪਾਇਨੀਅਰ ਕਮਿਊਨਿਟੀ ਬਹੁਤ ਸਾਰੀਆਂ ਚੇਂਜਸ ਹੋ ਕੇ ਤਾਂ ਅੱਜ ਦਾ ਜਿਹੜਾ ਈਕੋਸਿਸਟਮ ਆ ਉਹ ਡਿਵੈਲਪ ਹੋਇਆ ਆ। ਇਹ ਸਟੇਬਲ ਈਕੋਸਿਸਟਮ ਆ ਜਿੱਥੇ ਨਾਮ ਮਾਤਰ ਚੇਂਜਸ ਵੈਸੇ ਤਾਂ ਹੁੰਦੀਆਂ ਨਹੀਂ, ਬਹੁਤ ਘੱਟ ਹੁੰਦੀਆਂ, ਰੇਅਰ ਹੁੰਦੀਆਂ ਆ ਜਾਂ ਬਹੁਤ ਹੌਲੀ ਹੌਲੀ ਚੇਂਜਸ ਹੁੰਦੀਆਂ ਆ। ਤਾਂ ਇਹਨੂੰ ਆਪਾਂ ਕਹਿੰਦੇ ਆ ਸਟੇਬਲ ਜਾਂ ਫਿਰ ਕਲਾਈਮੈਕਸ ਕਮਿਊਨਿਟੀ। ਮਤਲਬ ਪੂਰੀ ਤਰ੍ਹਾਂ ਜਿਹੜੀ ਡਿਵੈਲਪ ਹੋ ਚੁੱਕੀ ਹੁੰਦੀ ਆ ਵਿਦ ਲੀਸਟ ਜਾਂ ਮਿਨੀਮਲ ਚੇਂਜਸ, ਉਹਨੂੰ ਆਪਾਂ ਕਹਿੰਦੇ ਆ ਕਲਾਈਮੈਕਸ ਕਮਿਊਨਿਟੀ। ਇਹ ਇੰਪੋਰਟੈਂਟ ਆ।
ਹੁਣ ਜਿਹੜਾ ਪੂਰਾ ਜਿਹੜਾ ਸੀਕੁਐਂਸ ਆ ਕਮਿਊਨਿਟੀ ਡਿਵੈਲਪਮੈਂਟ ਦਾ, ਜਿਹੜੀਆਂ ਚੇਂਜਸ ਆਈਆਂ ਪਰਟੀਕੂਲਰ ਏਰੀਆ ਦੇ ਵਿੱਚ ਇਨ ਦਾ ਡਿਵੈਲਪਮੈਂਟ ਆਫ ਕਮਿਊਨਿਟੀ, ਉਹਨੂੰ ਆਪਾਂ ਕਹਿੰਦੇ ਹਾਂ ਜਿਹੜੇ ਚੇਂਜਸ ਆ ਸੀਕੁਐਂਸ਼ੀਅਲ ਚੇਂਜਸ ਆ, ਉਹਨੂੰ ਆਪਾਂ ਕਹਿੰਦੇ ਹਾਂ SERE, SERE। ਇਹ ਵੀ ਵਰਡ ਇੰਪੋਰਟੈਂਟ ਆ। ਹੁਣ ਸਕਸੈਸਿਵ ਸੀਰੀਅਲ ਚੇਂਜਸ ਦੇ ਵਿੱਚ ਡਾਇਵਰਸਿਟੀ ਪੂਰੀ ਚੇਂਜ ਹੁੰਦੀ ਆ, ਹੈ ਨਾ, ਔਰ ਸਪੀਸ਼ੀਜ਼ ਦੇ ਨੰਬਰ ਵੀ ਇਨਕਰੀਜ਼ ਹੁੰਦੇ ਆ ਅਤੇ ਟੋਟਲ ਬਾਇਓਮਾਸ ਵੀ ਇਨਕਰੀਜ਼ ਹੁੰਦਾ ਹੈ, ਤਾਂ ਹੀ ਇੱਕ ਸਟੇਬਲ ਕਮਿਊਨਿਟੀ ਜਿਹੜੀ ਉਹ ਡਿਵੈਲਪ ਹੋਏਗੀ। ਫੋਰ ਐਗਜ਼ਾਮਪਲ ਪਹਿਲਾਂ ਮੈਂ ਤੁਹਾਨੂੰ ਬਿਲਕੁਲ ਰਫ ਭਾਸ਼ਾ 'ਚ ਜੇ ਸਮਝਣਾ ਹੋਵੇ ਕਿ ਸਪੋਜ਼ ਪਹਿਲਾਂ ਇਕੁਐਟਿਕ ਇਕੋਸਿਸਟਮ ਸੀ, ਇੱਥੇ ਸਭ ਤੋਂ ਛੋਟੇ ਪਲਾਂਟਸ ਐਨੀਮਲਸ ਨੇ ਬਰਥ ਲਿਆ। ਇਹ ਕੁਝ ਸਮੇਂ ਬਾਅਦ ਆਪਣੀ ਲਾਈਫ ਬਤੀਤ ਕਰਕੇ ਇਹ ਪਲਾਂਟਸ ਐਨੀਮਲਸ ਦੀ ਡੈਥ ਹੋਈ, ਤਾਂ ਇਹ ਨੀਚੇ ਜਾ ਕੇ ਬਾਟਮ 'ਤੇ ਜੰਮ ਗਏ, ਤਾਂ ਇੱਥੇ ਆਰਗੈਨਿਕ ਮੈਟਰ ਇਨਕਰੀਜ਼ ਹੋਇਆ। ਆਰਗੈਨਿਕ ਮੈਟਰ ਇਨਕਰੀਜ਼ ਹੋਣ ਨਾਲ ਇੱਥੇ ਥੋੜ੍ਹੇ ਜਿਹੇ ਵੱਡੇ ਪਲਾਂਟਸ ਐਨੀਮਲਸ ਨੇ ਜਨਮ ਲਿਆ। ਫਿਰ ਇਹਨਾਂ ਨੇ ਆਪਣਾ ਪੂਰੀ ਲਾਈਫ ਬਤੀਤ ਕੀਤੀ, ਇਹ ਮਰ ਗਏ ਤਾਂ ਥੱਲੇ ਜਾ ਕੇ ਸੈਟਲ ਹੋ ਗਏ, ਤਾਂ ਆਰਗੈਨਿਕ ਮੈਟਰ ਹੋਰ ਜ਼ਿਆਦਾ ਥੋੜ੍ਹਾ ਜਿਹਾ ਇਨਕਰੀਜ਼ ਹੋਇਆ, ਤਾਂ ਹੋਰ ਵੱਡੇ ਪਲਾਂਟਸ ਐਨੀਮਲਸ ਨੇ ਬਰਥ ਲਿਆ। ਫਿਰ ਇਹਨਾਂ ਦੀ ਡੈਥ ਹੋ ਗਈ, ਥੱਲੇ ਜਾ ਕੇ ਸੈਟਲ ਹੋ ਗਏ, ਤਾਂ ਹੋਰ ਵੱਡੇ ਪਲਾਂਟਸ ਐਨੀਮਲਸ ਨੇ ਬਰਥ ਲਿਆ, ਅਤੇ ਇਹ ਮਰ ਗਏ ਤਾਂ ਫਿਰ ਸਭ ਤੋਂ ਵੱਡੇ ਪਲਾਂਟਸ ਐਨੀਮਲਸ ਜਿਵੇਂ ਮੈਂਗੋ ਟਰੀ ਆ ਜਾਂ ਫਿਰ ਲਾਇਨ ਆ, ਇਹਨਾਂ ਨੇ ਜਨਮ ਲਿਆ। ਸੋ ਹਾਈਡਰਾ ਜਾਂ ਬੈਕਟੀਰੀਆ ਤੋਂ ਸ਼ੁਰੂ ਹੋ ਕੇ ਲਾਈਫ ਜਿਹੜੀ ਆ ਇੱਕ ਵੈਲ ਡਿਵੈਲਪਡ ਫੋਰੈਸਟ ਜਾਂ ਟਰੀਜ਼, ਮਾਡਰਨ ਡੇ ਪਲਾਂਟਸ, ਐਂਜੀਓਸਪਰਮਸ ਤੱਕ ਪਹੁੰਚੀ। ਅਤੇ ਇਹ ਸਾਰਾ ਸਕਸੈਸ਼ਨ ਹੀ ਸੀਗਾ ਥਰੂ ਐਵੋਲਿਊਸ਼ਨਰੀ ਜਾਂ ਸਿਕੁਐਂਸ਼ੀਅਲ ਪ੍ਰੋਸੈਸ। ਚੇਂਜਸ ਆਈਆਂ, ਬਹੁਤ ਸਾਰੇ ਸਪੀਸ਼ੀਜ਼ ਅਲੋਪ ਹੋਏ, ਮਰੇ, ਬਹੁਤ ਸਾਰੇ ਨਵੇਂ ਆਈ ਗਏ ਸਪੀਸ਼ੀਜ਼। ਇਹ ਹੋਇਆ। ਫਿਰ ਦੂਸਰੀ ਤਰਫ ਕੀ ਹੋਇਆ, ਇਕੁਐਟਿਕ ਸਿਸਟਮ 'ਚ ਲਾਈਫ ਓਰੀਜੀਨੇਟ ਕੀਤੀ ਸੀਗੀ, ਮਰੀ ਗਏ, ਥੱਲੇ ਸੈਟਲ ਹੋਈ ਗਏ, ਤਾਂ ਇੱਕ ਸਟੇਜ ਆਈ ਕਿ ਟੈਰੈਸਟਰੀਅਲ ਸਿਸਟਮ ਡਿਵੈਲਪ ਹੋ ਗਿਆ। ਸੋ ਇਹ ਜਿਹੜੀ ਸਟੈਪ ਬਾਏ ਸਟੈਪ ਚੇਂਜਸ ਹੈ, ਇਹਨੂੰ ਆਪਾਂ ਕਹਿੰਦੇ ਹਾਂ ਇਕੋਲੋਜੀਕਲ ਸਕਸੈਸ਼ਨ। ਹੁਣ ਕਾਜ਼ਸ ਆਫ ਸਕਸੈਸ਼ਨ ਕੀ ਸੀਗੇ ਕਿ ਜਿਵੇਂ ਹੁਣ ਇਨੀਸ਼ੀਅਲ ਕਾਜ਼ ਜੇ ਅਸੀਂ ਗੱਲ ਕੀਤੀਏ, ਕਲਾਈਮੈਟਿਕ ਜਾਂ ਫਿਰ ਬਾਇਓਟਿਕ ਫੈਕਟਰਸ ਜਿਵੇਂ ਇਰੋਜ਼ਨ ਹੋ ਗਈ, ਡਿਪੋਜ਼ਿਟ, ਸੋਇਲ ਇੱਕ ਜਗ੍ਹਾ ਤੋਂ ਉੜ ਕੇ ਕਿਤੇ ਹੋਰ ਜਾ ਕੇ ਡਿਪੋਜ਼ਿਟ ਹੋ ਗਈ, ਢੇਰ ਲੱਗ ਗਿਆ। ਫਾਇਰ ਕਿਸੇ ਤਰ੍ਹਾਂ ਹੋ ਗਈ, ਵਿੰਡ ਲੈ ਗਈ, ਵੋਲਕੈਨਿਕ ਕਰਪਸ਼ਨ, ਲਾਵਾ ਵਗੈਰਾ ਜੇ ਆਇਆ। ਇਹ ਸਾਰੀ ਐਕਟੀਵਿਟੀਜ਼ ਜਿਹੜੀਆਂ ਆ, ਇਹੀ ਕਾਜ਼ਸ ਆ। ਇਨੀਸ਼ੀਅਲ ਮਤਲਬ ਫਸਟ ਕਾਜ਼ ਆ ਸਕਸੈਸ਼ਨ ਦਾ। ਹੁਣ ਇਹ ਕਾਜ਼ਸ ਜਿਹੜੇ ਆ, ਜਾਂ ਤਾਂ ਦੇਖੋ ਪਹਿਲਾਂ ਕਮਿਊਨਿਟੀ ਡਿਵੈਲਪਡ ਸੀਗੀ, ਇੱਥੇ ਲਾਵਾ ਜਾਂ ਹੜ੍ਹ ਆਇਆ, ਭੂਕੰਪ ਆਇਆ, ਤਹਿਸ ਨਹਿਸ ਹੋਇਆ, ਅਤੇ ਕੁਝ ਸਾਲਾਂ ਬਾਅਦ ਦੁਬਾਰਾ ਇਸੇ ਜਗ੍ਹਾ ਨਵੀਂ ਕਮਿਊਨਿਟੀਜ਼ ਦਾ ਡਿਵੈਲਪਮੈਂਟ ਸਟਾਰਟ ਹੋਇਆ। ਤਾਂ ਇਹਦੇ ਨਾਲ ਹੁਣ ਕੀ ਆ, ਸਕਸੈਸ਼ਨ ਨਾਲ ਅਸੀਂ ਕਹਿ ਸਕਦੇ ਹਾਂ ਕਿ ਜਾਂ ਤਾਂ ਬੇਅਰ ਏਰੀਆ ਪ੍ਰੋਡਿਊਸ ਹੁੰਦਾ ਆ, ਜਾਂ ਫਿਰ ਜਿਹੜੀ ਐਗਜ਼ਿਸਟਿੰਗ ਪਾਪੂਲੇਸ਼ਨ ਆ। ਕਿਉਂ ਬੇਅਰ ਏਰੀਆ ਪ੍ਰੋਡਿਊਸ ਹੁੰਦਾ ਆ? ਕਿਉਂਕਿ ਐਗਜ਼ਿਸਟਿੰਗ ਪਾਪੂਲੇਸ਼ਨ ਦੀ ਡੈਥ ਹੋ ਜਾਂਦੀ ਆ, ਖ਼ਤਮ ਹੋ ਜਾਂਦੇ ਆ। ਔਰ ਜਾਂ ਫਿਰ ਸਕਸੈਸ਼ਨ ਜਿਹੜਾ ਆ ਬੇਅਰ ਏਰੀਆ ਤੋਂ ਸਟਾਰਟ ਹੁੰਦਾ ਆ, ਠੀਕ ਹੈ। ਜਿੱਥੇ ਕਿਤੇ ਕੋਈ ਲਾਈਫ ਨਹੀਂ ਸੀ, ਉੱਥੇ ਲਾਈਫ ਸਟਾਰਟ ਹੋ ਜਾਂਦੀ ਆ। ਤਾਂ ਦੋਨੋਂ ਪ੍ਰੋਸੈਸਿਸ ਜਿਹੜੇ ਉਹ ਨਾਲ ਚੱਲਦੇ ਆ। ਇੱਕ ਕਿ ਬੇਅਰ ਏਰੀਆ ਤੋਂ ਕਿਸੇ ਵੀ ਚੀਜ਼ ਦਾ ਬੇਅਰ ਏਰੀਆ 'ਤੇ ਡਿਵੈਲਪਮੈਂਟ ਸਟਾਰਟ ਹੋਣਾ। ਦੂਸਰਾ ਬੇਅਰ ਏਰੀਆ ਦਾ ਕਮਿਊਨਿਟੀ ਦਾ ਡਿਸਟਰਕਸ਼ਨ ਹੋ ਕੇ ਬੇਅਰ ਏਰੀਆ ਬਣਨਾ। ਇਹ ਦੋਨੋਂ ਸਕਸੈਸ਼ਨ ਦੇ ਤਹਿਤ ਹੀ ਆਉਂਦੇ ਆ। ਕੰਟੀਨਿਊਇੰਗ ਪ੍ਰੋਸੈਸ 'ਚ ਉਹੀ ਆ ਗਿਆ, ਜਿਵੇਂ ਹੁਣ ਮਾਈਗ੍ਰੇਸ਼ਨ ਹੋਈ, ਆਪਾਂ ਬੰਦਿਆਂ 'ਚ ਵੀ ਦੇਖਦੇ ਹਾਂ ਕਿ ਇੱਥੋਂ ਕੈਨੇਡਾ ਜਾ ਕੇ ਬਹੁਤ ਸਾਰੇ ਲੋਕ, ਜਾਂ ਅਮਰੀਕਾ ਜਾ ਕੇ, ਜਾਂ ਫਿਰ ਇੰਡੀਆ 'ਚ ਹੀ ਗੱਲ ਕਰੀਏ ਤਾਂ ਆਪਣੇ ਕਈ ਪੰਜਾਬੀ ਜਿਹੜੇ ਉਹ ਗੁਜਰਾਤ, ਆਸਮ ਗਏ ਹੋਏ ਆ। ਇੱਦਾਂ ਹੀ ਮਾਈਗ੍ਰੇਸ਼ਨ ਆਫ ਸਪੀਸ਼ੀਜ਼, ਕੰਪੀਟੀਸ਼ਨ ਉਹਨਾਂ 'ਚ, ਰਿਐਕਸ਼ਨ, ਇਹ ਸਾਰੇ ਜਿਹੜੇ ਆ ਕਾਜ਼ਸ ਆ ਸਕਸੈਸ਼ਨ ਦੇ। ਹੁਣ ਐਸਾ ਰਿਜ਼ਲਟ ਕੀ ਹੋਇਆ, ਚੇਂਜਸ ਆਈਆਂ ਸਟਰਕਚਰਲ ਫੰਕਸ਼ਨਲ ਕਰੈਕਟਰਸ ਆਫ ਦਾ ਏਰੀਆ, ਅਤੇ ਇਹ ਪ੍ਰੋਸੈਸ ਜਿਹੜਾ ਹੈ ਕੰਟੀਨਿਊ ਹੋਇਆ।
ਹੁਣ ਜਿਵੇਂ ਡਾਇਨਾਸੌਰ ਸੀਗੇ ਜੁਰਾਸਿਕ ਟਾਈਮ 'ਤੇ, ਤਾਂ ਜਦੋਂ ਡਾਇਨਾਸੌਰ ਸੀਗੇ ਉਸ ਵੇਲੇ ਜਿਹੜਾ ਉਹਨਾਂ ਦਾ ਹੈਬੀਟੇਟ ਸੀਗਾ ਉਹ ਉੱਦਾਂ ਦਾ ਹੋਏਗਾ, ਫੂਡ ਬਿਹੇਵੀਅਰ ਵਗੈਰਾ ਹੈ ਨਾ, ਇਹ ਸਾਰੇ ਉਹਨਾਂ ਦੇ ਅਕੋਰਡਿੰਗ ਸੀਗੇ। ਫਿਰ ਜਦੋਂ ਮੰਨ ਲਓ ਉਸ ਤੋਂ ਬਾਅਦ 'ਚ ਸਨੇਕਸ ਆਏ ਜਾਂ ਫਿਰ ਫਰੋਗਸ ਆਏ ਜਾਂ ਫਿਰ ਲਾਇਨ ਆਇਆ, ਤਾਂ ਹਰ ਚੀਜ਼ ਲਈ ਆਪਣੇ ਉਹਨਾਂ ਦੇ ਅਕੋਰਡਿੰਗ ਹੈਬੀਟੇਟ, ਇਨਵਾਇਰਮੈਂਟਲ ਫੈਕਟਰਸ ਸਾਰੇ ਕੁਝ ਡਿਵੈਲਪ ਹੋਏ ਹੈ ਨਾ। ਅਤੇ ਫਿਰ ਬੇਟਾ ਜਿਹੜਾ ਨੈਕਸਟ ਹੈਗਾ ਆ ਉਹ ਹੈਗਾ ਆ ਪ੍ਰੋਸੈਸਿਸ ਆਫ ਈਕੋਲੋਜੀਕਲ ਸਕਸੈਸ਼ਨ। ਇਹ ਤਕਰੀਬਨ ਜਿਹੜਾ ਟੌਪਿਕ ਆ ਇੰਟਰਮਿਕਸ ਜਿਹਾ ਹੀ ਆ, ਕੈਟਾਗਰਾਈਜ਼ ਤਾਂ ਅਸੀਂ ਆਪ ਹੀ ਕੀਤਾ ਆ ਕਿ ਪ੍ਰੋਸੈਸ ਕੀ ਆ ਅਤੇ ਟਾਈਪਸ ਕੀ ਆ। ਵੈਸੇ ਇੱਕੋ ਹੀ ਚੀਜ਼ ਸਕਸੈਸ਼ਨ 'ਚ ਆਉਂਦੀ ਆ ਕਿ ਸੀਰੀਅਲ ਜਾਂ ਫਿਰ ਸਟੈਪ ਬਾਏ ਸਟੈਪ ਜਾਂ ਫਿਰ ਸਿਕੁਐਂਸ਼ੀਅਲ ਜਿਹੜਾ ਡਿਵੈਲਪਮੈਂਟ ਹੋਇਆ ਕਮਿਊਨਿਟੀ ਦਾ ਕਿਸੇ ਵੀ ਪਰਟੀਕੂਲਰ ਏਰੀਆ 'ਚ ਹੈ ਨਾ, ਅਤੇ ਸਟੇਬਲ ਕਮਿਊਨਿਟੀ ਡਿਵੈਲਪ ਹੋਈ, ਉਹਨੂੰ ਅਸੀਂ ਸਕਸੈਸ਼ਨ ਕਹਿੰਦੇ ਹਾਂ। ਫਸਟ ਜਿਹੜਾ ਪ੍ਰੋਸੈਸ ਹੈਗਾ ਉਹ ਹੈਗਾ ਨਿਊਡੇਸ਼ਨ। ਹੁਣ ਨਿਊਡੇਸ਼ਨ ਕੀ ਆ, ਜਦੋਂ ਕੋਈ ਓਲਡ ਕਮਿਊਨਿਟੀ ਮਤਲਬ ਕਿਸੇ ਏਰੀਆ 'ਚ ਕੋਈ ਕਮਿਊਨਿਟੀ ਪ੍ਰੈਜ਼ੈਂਟ ਸੀਗੀ, ਓਲਡ ਦਾ ਮਤਲਬ ਬਜ਼ੁਰਗ ਨਹੀਂ ਹੈਗਾ ਇੱਥੇ, ਓਲਡ ਮਤਲਬ ਪ੍ਰੈਜ਼ੈਂਟ ਸੀਗੀ ਕੋਈ ਕਮਿਊਨਿਟੀ, ਉਹ ਕੁਝ ਫੈਕਟਰਸ ਜਿਵੇਂ ਫਾਇਰ ਲੱਗ ਗਈ, ਫਲੱਡ ਆ ਗਿਆ, ਇਰੋਜ਼ਨ ਹੋ ਗਿਆ, ਉਹਦੇ ਨਾਲ ਡਿਸਟਰਬਡ ਹੋ ਗਈ, ਮਤਲਬ ਉੱਥੇ ਜਿਹੜਾ ਏਰੀਆ ਸੀਗਾ ਉਹ ਬਿਲਕੁਲ ਬੈਰਨ ਹੋ ਗਿਆ, ਬੰਜਰ ਹੋ ਗਿਆ, ਨੰਗਾ ਹੋ ਗਿਆ, ਉਹਨੂੰ ਆਪਾਂ ਕਹਿੰਦੇ ਨਿਊਡੇਸ਼ਨ, ਕਿ ਉੱਥੇ ਹੁਣ ਕੁਝ ਨਹੀਂ ਬਚਿਆ। ਫਿਰ ਉੱਥੇ ਸਕਸੈਸ਼ਨ ਡਿਵੈਲਪਮੈਂਟ ਜਿਹੜਾ ਨਵੀਂ ਕਮਿਊਨਿਟੀ ਦਾ ਸਟਾਰਟ ਹੋਏਗਾ। ਇਨਵੇਜਨ, ਇਨ ਮਤਲਬ ਆਣਾ ਅੰਦਰ, ਸੌਰੀ ਵੇਜਨ ਮਤਲਬ ਆਣਾ। ਇਨ ਦਿਸ ਪ੍ਰੋਸੈਸ ਬੈਰਨ ਏਰੀਆ ਜਿਹੜਾ ਆ ਉਹ ਆਕੂਪਾਈਡ ਹੁੰਦਾ ਬਾਈ ਨਿਊ ਕਮਿਊਨਿਟੀ। ਹੁਣ ਇੱਕ ਵਾਰੀ ਜ਼ਮੀਨ ਬੰਜਰ ਹੋ ਗਈ, ਥੋੜ੍ਹੇ ਟਾਈਮ ਬਾਅਦ ਤੁਸੀਂ ਦੇਖੋਗੇ, ਹੋ ਸਕਦਾ ਸਾਲ ਬਾਅਦ 2 ਸਾਲ ਬਾਅਦ ਹਲਕਾ ਫੁਲਕਾ ਤੁਹਾਨੂੰ ਘਾਹ ਦਿਖੇਗਾ ਉੱਥੇ, ਫਿਰ ਕਿਸੇ ਟਾਈਮ 'ਤੇ ਸ਼ਰਬ ਦਿਖੇਗਾ, ਫਿਰ ਕਿਸੇ ਟਾਈਮ 'ਤੇ ਬੜਾ ਟਰੀ, ਹੋ ਸਕਦਾ ਹੈ 100 ਸਾਲਾਂ 'ਚ ਬੜਾ ਟਰੀ ਡਿਵੈਲਪ ਹੋਵੇ, ਥੋੜ੍ਹੇ ਬਹੁਤ ਐਨੀਮਲਸ ਆਉਣੇ ਸ਼ੁਰੂ ਹੋ ਜਾਣ। ਤਾਂ ਇਹ ਹੋ ਗਿਆ ਇਨਵੇਜਨ। ਫਿਰ ਨੈਕਸਟ ਜਿਹੜਾ ਹੈਗਾ ਆ ਉਹ ਇਸਟੈਬਲਿਸ਼ਮੈਂਟ। ਇਸਟੈਬਲਿਸ਼ਮੈਂਟ ਦਾ ਮਤਲਬ ਕਿ ਇਸ ਪ੍ਰੋਸੈਸ ਵਿੱਚ ਨਵੀਂ ਕਮਿਊਨਿਟੀ ਜਿਹੜੀ ਆ ਉਹ ਆਪਣੇ ਆਪ ਨੂੰ ਐਡਜਸਟ ਕਰੇਗੀ ਪਰਟੀਕੂਲਰ ਏਰੀਆ 'ਚ ਕਿ ਉੱਥੇ ਕਿੱਦਾਂ ਦਾ ਐਟਮੋਸਫੇਅਰ ਹੈਗਾ। ਹੁਣ ਜਿੱਦਾਂ ਇੱਥੇ ਮੰਨ ਲਓ ਟਰੋਪੀਕਲ ਰੇਨ ਫੋਰੈਸਟ ਹੋਇਆ, ਕਿਸੇ ਕਾਰਨ ਉਹ ਤਹਿਸ ਨਹਿਸ ਹੋ ਗਿਆ, ਫੋਰੈਸਟ ਫਾਇਰ ਦੇ ਕਾਰਨ ਉੱਥੇ ਥੋੜ੍ਹੇ ਬਹੁਤ ਜਾਨਵਰ ਸੀਗੇ ਉਹ ਵੀ ਜਲ ਗਏ। ਤਾਂ ਜਦੋਂ ਨੈਕਸਟ ਪਲਾਂਟਸ ਆਉਣਗੇ, ਹੁਣ ਉੱਥੇ ਆਰਗੈਨਿਕ ਮੈਟਰ ਵੀ ਰਿਚ ਹੋਏਗਾ ਕਿਉਂਕਿ ਮਰ ਕੇ ਉਹ ਮਿੱਟੀ 'ਚ ਹੀ ਮਿਲੇ, ਪੌਦੇ ਵੀ ਅਤੇ ਜਾਨਵਰ ਵੀ। ਆਰਗੈਨਿਕ ਮੈਟਰ ਰਿਚ 'ਚ ਹੋ ਸਕਦਾ ਥੋੜ੍ਹੇ ਜਿਹੇ ਹਾਇਰ ਐਨੀਮਲਸ, ਹਾਇਰ ਪਲਾਂਟਸ ਆਉਣ, ਤਾਂ ਉਹਨਾਂ ਨੂੰ ਵੀ ਆਪਣੇ ਆਪ ਨੂੰ ਉਸ ਇਨਵਾਇਰਮੈਂਟ ਦੇ ਅਕੋਰਡਿੰਗ ਐਡਜਸਟ ਕਰਨਾ ਪਏਗਾ। ਜਿਹੜੇ ਤਾਂ ਐਡਜਸਟ ਕਰ ਲੈਣਗੇ ਉਹ ਸਰਵਾਈਵ ਕਰਨਗੇ, ਉਹਨਾਂ ਦੀ ਅੱਗੇ ਜਨਰੇਸ਼ਨਸ ਜਨਮ ਲੈਣਗੀਆਂ, ਜਿਹੜੇ ਨਹੀਂ ਉਹ ਤਾਂ ਫਿਰ ਚਲੋ ਮਰ ਹੀ ਜਾਣੇ ਆ। ਇਹ ਤੁਸੀਂ ਡਾਰਵਿਨਸ ਲਾਅ, ਲੈਮਾਰਕ ਵਗੈਰਾ ਦੀ ਥਿਊਰੀ, ਸਾਰੀ ਬਾਇਓਲੋਜੀਕਲ ਪ੍ਰੋਸੈਸ ਪੜ੍ਹਿਆ ਹੋਇਆ, ਉੱਥੇ ਤੱਕ ਅਸੀਂ ਨਹੀਂ ਜਾਣਾ। ਫਿਰ ਨੈਕਸਟ ਇਜ਼ ਐਗਰੀਗੇਸ਼ਨ। ਹੁਣ ਐਗਰੀਗੇਸ਼ਨ ਦੇ ਵਿੱਚ ਕੀ ਹੁੰਦਾ ਆ ਕਿ ਨਵੀਂ ਕਮਿਊਨਿਟੀ ਜਿਹੜੀ ਆ ਉਹ ਉਹਨਾਂ ਦੇ ਨੰਬਰ, ਜਿਹੜੀ ਵੀ ਸਪੀਸ਼ੀਜ਼, ਨਵੇਂ ਸਪੀਸ਼ੀਜ਼ ਕਿਸੇ ਏਰੀਆ 'ਚ ਗਰੋ ਕਰਦੇ ਆ, ਅਗਰ ਉਹਨਾਂ ਨੂੰ ਪ੍ਰੋਪਰ ਇਨਵਾਇਰਮੈਂਟ, ਪ੍ਰੋਪਰ ਸਾਰੇ ਕਲਾਈਮੇਟਿਕ ਕੰਡੀਸ਼ਨਸ, ਸਾਰੇ ਫੈਕਟਰਸ ਪ੍ਰੋਪਰ ਮਿਲਦੇ ਆ, ਤਾਂ ਓਬਵੀਅਸ ਹੈ ਕਿ ਉਹਨਾਂ ਦਾ ਰੀਪਰੋਡਕਸ਼ਨ ਹੋਏਗਾ ਅਤੇ ਨੰਬਰ ਜਿਹੜੇ ਆ ਉਹਨਾਂ ਦੇ ਇਨਕਰੀਜ਼ ਹੋਣਗੇ। ਦੈਨ ਸੈਕਿੰਡ ਨੈਕਸਟ ਹੈਗਾ ਰਿਐਕਸ਼ਨ। ਹੁਣ ਇਹਦੇ ਵਿੱਚ ਕੀ ਆ ਕਿ ਉੱਪਰ ਆਪਾਂ ਪੜ੍ਹਿਆ ਕਿ ਰੀਪਰੋਡਕਸ਼ਨ ਹੋਈ, ਨੰਬਰ ਇਨਕਰੀਜ਼ ਹੋਏ, ਤਾਂ ਸਾਰੇ ਜਿਹੜੀ ਕਮਿਊਨਿਟੀ ਆ ਉਹ ਮੋਡੀਫਾਈ ਕਰੂਗੀ ਆਪਣੇ ਆਪ ਨੂੰ, ਅਤੇ ਇੱਕ ਪ੍ਰੋਪਰ ਈਕੋਸਿਸਟਮ ਜਿਹੜਾ ਡਿਵੈਲਪ ਹੋ ਜਾਣਾ। ਸਟੇਬਲ ਪ੍ਰੋਸੈਸ, ਜਿੱਦਾਂ ਮੰਨ ਲਓ ਫੋਰੈਸਟ ਡਿਵੈਲਪ ਹੋਣਾ ਸ਼ੁਰੂ ਹੋਇਆ ਸੀ ਅਤੇ ਇੱਕ ਸਟੇਜ ਆਈ ਕਿ ਪੂਰਾ ਜਿਹੜਾ ਟਰੋਪੀਕਲ ਫੋਰੈਸਟ, ਐਵਰਗ੍ਰੀਨ ਫੋਰੈਸਟ ਜਾਂ ਡੈਸੀਡੀਅਸ ਫੋਰੈਸਟ ਪੂਰਾ ਬਣ ਗਿਆ, ਉਹਨੂੰ ਅਸੀਂ ਕਹਿੰਦੇ ਹਾਂ ਜਦੋਂ ਪੂਰੀ ਤਰ੍ਹਾਂ ਕਮਿਊਨਿਟੀ ਸੈਟਲ ਡਾਊਨ ਹੋ ਗਈ, ਕੋਈ ਚੇਂਜਸ ਨਹੀਂ ਆਈਆਂ, ਮਾੜੀਆਂ ਮੋਟੀਆਂ ਚੇਂਜਸ ਨੂੰ ਆਪਾਂ ਨਹੀਂ ਕਾਊਂਟ ਕਰਦੇ ਹੈਗੇ, ਬਹੁਤ ਜ਼ਿਆਦਾ ਬਦਲਾਵ ਨਹੀਂ ਆਉਂਦਾ, ਹਲਕਾ ਫੁਲਕਾ ਜਿਹਾ ਹੀ ਆਉਂਦਾ ਆ, ਤਾਂ ਉਹ ਹੋ ਗਿਆ ਸਟੈਬਲਾਈਜੇਸ਼ਨ। ਹੁਣ ਇਹਨੂੰ ਅਸੀਂ ਕਲਾਈਮੈਕਸ ਕੰਡੀਸ਼ਨ ਵੀ ਕਹਿ ਦਈਦਾ ਆ। ਫਿਰ ਬੇਟਾ ਜਿਹੜੇ ਹੋਰ ਪ੍ਰੋਸੈਸਿਸ ਹੈਗੇ ਆ ਇਹਦੇ
टाइप्स ऑफ सक्सैशन जिहड़ा हैगा आ ਉਹ ਆ ਜਿਹੜੀ ਸਲਾਈਡ ਹੈ ਉੱਪਰ ਥੱਲੇ ਹੋ ਗਈ, ਕੋਈ ਗੱਲ ਨਹੀਂ, ਤੁਸੀਂ ਪੜ੍ਹ ਲੈਣਾ ਆਪਣੇ ਅਕੋਰਡਿੰਗ। ਟਾਈਪਸ ਆਫ ਇਕੋਲੋਜੀਕਲ ਸਕਸੈਸ਼ਨ 'ਚ ਪਹਿਲਾਂ ਆਪਾਂ ਦੇਖਦੇ ਹਾਂ ਕਲਾਈਮੈਟਿਕ ਸਕਸੈਸ਼ਨ। ਕਲਾਈਮੈਟਿਕ ਸਕਸੈਸ਼ਨ ਜਿਹੜਾ ਆ ਇਟ ਇਜ਼ ਕਾਜ਼ਡ ਬਾय द ਚੇਂਜਸ ਇਨ द ਕਲਾਈਮੈਟਿਕ ਫੈਕਟਰਸ ਜਿਹੜੇ ਹੋ ਸਕਦੇ ਆ ਇਨ ਦ ਫਾਰਮ ਆਫ ਸਡਨ ਵੇਰੀਏਸ਼ਨਸ ਔਰ ਮੇ ਸ਼ੋ ਗ੍ਰੈਜੂਅਲ ਵਨਸ। मतलब जे से किसी भी एरिया दे विच पहला क्लाइमेटिक फैक्टर्स च चेंजिस आते हैं, है ना। कई बार हो सकता है कि ज़्यादा ठंड आ जाए, किसी साल घट ठंड होवे, किसी साल ज़्यादा मीह पै गया, किसी साल घट मीह पै गया। तो ये सारे फैक्टर्स नूं जिहड़ी भी कोई कम्यूनिटी बर्दाश्त कर पाएगी तां ही तो वो उत्थे स्टेबल रहेगी। तो क्लाइमेटिक फैक्टर्स का भी बहुत वड्डा रोल है सक्सैशन या एक कम्यूनिटी नूं डेवलप करवाउण करन च। बायोटिक सक्सैशन जदों सक्सैशन हुंदा आ ड्यू टू एक्टिविटीज़ ऑफ द एग्जिस्टिंग कम्यूनिटी कि जिहड़ी ऑलरेडी उत्थे कम्यूनिटी प्रेजेंट आ ਉਹਦੀ एक्टिविटीज़ नाल किसी एरिया च अगर सक्सैशन स्टार्ट हुंदा जिद्दां कंपीटीशन हो गया, रिएक्शन हो गया, इहनूं असीं कहने बायोटिक सक्सैशन। नैक्सट इज़ ऑटोजेनिक सक्सैशन। ਜਿਹੜਾ ਸਕਸੈਸ਼ਨ ਉਦੋਂ ਹੁੰਦਾ ਆ ਜਦੋਂ ਕਮਿਊਨਿਟੀ ਆਪਣੇ ਆਪ ਰੋਲ ਪਲੇ ਕਰਦੀ ਆ ਸਕਸੈਸ਼ਨ ਦੇ ਵਿੱਚ ਐਜ਼ ਅ ਰਿਜ਼ਲਟ ਆਫ ਇਟਸ ਰਿਐਕਸ਼ਨ ਵਿਦ ਦ ਇਨਵਾਇਰਮੈਂਟ, modified its own environment, causes its own replacement by new community। मतलब कि ਜਦੋਂ ਕੋਈ ਵੀ ਕਮਿਊਨਿਟੀ ਜਿਹੜੀ ਆ ਉਹ ਕਲਾਈਮੈਟਿਕ ਫੈਕਟਰਸ ਨੂੰ ਨਹੀਂ ਬਰਦਾਸ਼ਤ ਕਰ ਪਾਉਂਦੀ। ਜਿਹੜੇ ਤਾਂ ਬਰਦਾਸ਼ਤ ਕਰ ਪਾਏ ਉਹ ਤਾਂ ਸਰਵਾਈਵ ਕਰੂਗੇ, ਜਿਹੜੇ ਨਹੀਂ ਬਰਦਾਸ਼ਤ ਕਰ ਪਾਉਂਦੇ ਉਹ ਮਰ ਜਾਂਦੇ ਆ, ਵੀਕ ਹੁੰਦੇ ਆ, ਮਰ ਜਾਂਦੇ ਆ, ਅਤੇ ਉਹਨਾਂ ਦੀ ਜਗ੍ਹਾ ਨਵੀਂ ਕਮਿਊਨਿਟੀ ਜਿਹੜੀ ਆ ਉਹ ਉੱਥੇ ਓਰੀਜੀਨੇਟ ਕਰਦੀ ਆ ਜਾਂ ਜਨਮ ਲੈਂਦੀ ਆ। ਫਿਰ ਹੈਗਾ ਆ ਐਲੋਜੈਨਿਕ ਸਕਸੈਸ਼ਨ। ਹੁਣ ਐਲੋਜੈਨਿਕ ਸਕਸੈਸ਼ਨ ਕਈ ਕੇਸਿਸ ਕੀ ਹੁੰਦਾ ਆ, ਸਕਸੈਸ਼ਨ ਜਿਹੜਾ ਆ ਕੁਛ ਐਕਸਟਰਨਲ ਫੈਕਟਰਸ ਦੇ ਕਾਰਨ ਹੁੰਦਾ, ਫਾਇਰ ਹੋ ਗਿਆ, ਫਲੱਡ ਹੋ ਗਿਆ, ਕਮਿਊਨਿਟੀ ਦੇ ਦੁਆਰਾ ਨਹੀਂ ਹੁੰਦਾ ਹੈਗਾ। ਕਮਿਊਨਿਟੀ ਤਾਂ ਐਡਜਸਟ ਆਪਣੇ ਆਪ ਨੂੰ ਹਰ ਕਲਾਈਮੈਟਿਕ ਕੰਡੀਸ਼ਨ 'ਚ ਕਰ ਪਾਉਂਦੀ ਆ, ਪਰ ਅਚਾਨਕ ਹੁਣ ਜਿੱਦਾਂ ਹੜ੍ਹ ਆ ਜਾਵੇ ਜਾਂ ਅਚਾਨਕ ਅੱਗ ਲੱਗ ਜਾਵੇ ਤਾਂ ਫਿਰ ਨਹੀਂ ਆਪਣੇ ਆਪ ਨੂੰ ਕਮਿਊਨਿਟੀ ਜਿਹੜੀ ਹੈ ਬਚਾ ਪਾਉਂਦੀ ਹੈਗੀ, ਤਾਂ ਸਕਸੈਸ਼ਨ ਹੋ ਜਾਂਦਾ। ਬੇਟੇ ਹੁਣ ਇਹ ਆਪਾਂ ਜਿਵੇਂ ਹੁਣ ਗੱਲ ਕਰੀਏ ਕਿ ਜੇ ਇੱਕਦਮ ਦੰਗੇ ਹੋ ਜਾਣ ਜਾਂ ਕਈ ਵਾਰ ਰੇਲ ਐਕਸੀਡੈਂਟ ਹੋ ਜਾਂਦਾ ਆ ਤਾਂ ਵਿਚਾਰੇ ਕਿੰਨੇ ਜਿਹੜੇ ਹਿਊਮਨ ਬੀਇੰਗਸ ਆ, ਜੇ ਉੱਥੇ ਕੋਈ ਐਨੀਮਲ ਉਸ ਟ੍ਰੇਨ ਦੀ ਚਪੇਟ 'ਚ ਆ ਗਿਆ, ਕੋਈ ਪਲਾਂਟ ਆ ਗਿਆ, ਤਾਂ ਉਹਨਾਂ ਦੀ ਵੀ ਡੈਥ ਹੁੰਦੀ ਆ, ਹੈ ਨਾ। ਹੁਣ ਕਮਿਊਨਿਟੀ ਤਾਂ ਲੋਕ ਤਾਂ ਹਰ ਵਾਰ ਟ੍ਰੇਨ 'ਚ ਜਾਂਦੇ ਆ, ਉਸ ਵਾਰ ਵੀ ਟ੍ਰੇਨ 'ਚ ਗਏ, ਪਰ ਦੁਰਘਟਨਾ ਹੋ ਗਈ, ਮਿਸ ਹੈਪਨਿੰਗ ਹੋ ਗਈ ਬਾਏ ਚਾਂਸ, ਤਾਂ ਉਹ ਵੀ ਇੱਕ ਇਸੇ ਤਰ੍ਹਾਂ ਆ ਜਿਹੜੇ ਈਕੋ ਸਿਸਟਮ ਆ ਇਹ ਵੀ ਡੈਮੇਜ ਹੋ ਜਾਂਦੇ ਆ। ਸੋ ਉਹਨੂੰ ਅਸੀਂ ਐਲੋਜੈਨਿਕ ਸਕਸੈਸ਼ਨ ਕਹਿੰਦੇ ਹਾਂ। ਨੈਕਸਟ ਜਿਹੜਾ ਸਕਸੈਸ਼ਨ ਹੈਗਾ ਆ ਉਹ ਹੈਗਾ ਫਿਜ਼ੀਓਗ੍ਰਾਫਿਕ ਸਕਸੈਸ਼ਨ। ਇਹ ਸਕਸੈਸ਼ਨ ਜਿਹੜਾ ਆ ਕਾਜ਼ ਬਾਏ ਦਾ ਚੇਂਜਸ ਇਨ ਦਾ ਅਰਥ ਸਰਫੇਸ 'ਤੇ ਜਦੋਂ ਚੇਂਜਸ ਹੁੰਦੀਆਂ ਆ, ਭਾਵੇਂ ਜਿਵੇਂ ਆਹ ਕਹਿੰਦੇ ਆ ਨਾ ਕਿ ਹਲਕੇ ਜਿਹੇ ਭੂਕੰਪ ਦੇ ਝਟਕੇ ਆਏ, ਕਈ ਵਾਰ ਹਲਕਿਆਂ 'ਚ, ਕਈ ਵਾਰ ਜ਼ਿਆਦਾ ਤੇਜ਼ ਭੂਕੰਪ ਦੇ ਝਟਕੇ ਆਉਂਦੇ ਆ, ਜਾਂ ਫਿਰ ਸੁਨਾਮੀ ਆ ਗਈ, ਇਰੋਜ਼ਨ ਹੋ ਗਿਆ, ਇਹਦੇ ਕਾਰਨ ਜਿਹੜੇ ਚੇਂਜਸ ਹੁੰਦੇ ਆ ਉਹਨੂੰ ਆਪਾਂ ਕਹਿੰਦੇ ਆ ਫਿਜ਼ੀਓਗ੍ਰਾਫਿਕ ਸਕਸੈਸ਼ਨ। ਹੁਣ ਬੁੱਕ ਦੇ ਵਿੱਚ ਨਾ ਹੈ ਇਹੀ ਆ ਸਕਸੈਸ਼ਨ, ਨਾਮ ਹੋ ਸਕਦਾ ਹੈ ਕਿ ਸਿੰਪਲ ਕੋਈ ਹੋਰ ਦਿੱਤੇ ਹੋਣ, ਸੋ ਤੁਸੀਂ ਆਪਣੀ ਬੁੱਕ ਵੀ ਕੰਸਲਟ ਕਰ ਲੈਣੀ ਆ। ਜਿਹੜੀ ਮੇਨ ਚੀਜ਼ ਅਸੀਂ ਇਹ 'ਚ ਧਿਆਨ ਰੱਖਣੀ ਆ ਉਹ ਹੈਗਾ ਆ ਪ੍ਰਾਇਮਰੀ ਸਕਸੈਸ਼ਨ ਅਤੇ ਸੈਕੰਡਰੀ ਸਕਸੈਸ਼ਨ। ਹੁਣ ਪ੍ਰਾਇਮਰੀ ਸਕਸੈਸ਼ਨ ਕੀ ਆ? ਬਾਇਓਟਿਕ ਸਕਸੈਸ਼ਨ ਜਿਹੜਾ ਅਕਰ ਕਰਦਾ ਆ ਔਨ ਪ੍ਰੀਵੀਅਸਲੀ ਸਟੀਰਾਈਲ ਔਰ ਪ੍ਰਾਇਮਰਲੀ ਬੇਅਰ ਏਰੀਆ 'ਤੇ। ਮਤਲਬ ਜਿੱਥੇ ਕੋਈ ਵੀ ਪ੍ਰਾਇਮਰੀ ਮਤਲਬ ਪਹਿਲਾ ਜਿਸ ਏਰੀਆ 'ਤੇ
ਕੋਈ ਵੀ ਸਪੀਸ਼ੀਜ਼ ਨਹੀਂ ਸੀਗਾ, ਕੋਈ ਵੀ ਲਿਵਿੰਗ ਆਰਗੈਨਿਜ਼ਮ ਨਹੀਂ ਡਿਵੈਲਪ ਹੋਇਆ ਸੀਗਾ। ਉੱਥੇ ਜਦੋਂ ਲਿਵਿੰਗ ਕਮਿਊਨਿਟੀ ਸਪੀਸ਼ੀਜ਼ ਜਨਮ ਲੈਂਦੇ ਆ, ਗਰੋ ਕਰਦੇ ਆ, ਫਿਰ ਇੱਕ ਸਟੇਬਲ ਕਮਿਊਨਿਟੀ ਡਿਵੈਲਪ ਹੁੰਦੀ ਆ, ਉਹਨੂੰ ਅਸੀਂ ਕਹਿੰਦੇ ਆ ਪ੍ਰਾਇਮਰੀ ਸਕਸੈਸ਼ਨ, ਮਤਲਬ ਬੰਜਰ ਜ਼ਮੀਨ 'ਤੇ, ਖਾਲੀ ਜਗ੍ਹਾ 'ਤੇ। ਇਹ ਜਿਹੜਾ ਆ ਜਿਹੜੀ ਫਸਟ ਲਾਈਫ ਉੱਥੇ ਓਰੀਜੀਨੇਟ ਹੋਏਗੀ ਉਹ ਹੋਏਗੀ ਪਾਇਨੀਅਰ ਕਮਿਊਨਿਟੀ। ਪ੍ਰਾਇਮਰੀ ਸਕਸੈਸ਼ਨ ਜਿਹੜਾ ਆ ਉਹਨੂੰ ਬਹੁਤ ਟਾਈਮ ਲੱਗਦਾ ਆ। ਮੈਂ ਪਹਿਲਾਂ ਵੀ ਦੱਸਿਆ ਕਿ ਸੈਵਰਲ ਥਾਊਜ਼ੈਂਡ ਈਅਰਸ 'ਚ ਇੱਕ ਸਟੇਬਲ ਕਮਿਊਨਿਟੀ ਜਿਹੜੀ ਆ ਉਹ ਡਿਵੈਲਪ ਹੁੰਦੀ ਆ। ਉਹ ਵੀ ਡਿਪੈਂਡ ਕਰੇਗਾ ਕਿ ਕਿੱਦਾਂ ਦਾ ਸਬਸਟ੍ਰੈਟਮ ਆ, ਕਿੱਦਾਂ ਦਾ ਕਲਾਈਮੇਟ ਆ। ਕਈ ਵਾਰ ਕੀ ਹੁੰਦਾ ਆ ਕਿ ਥੋੜ੍ਹਾ ਜਿਹੇ ਲਿਵਿੰਗ ਆਰਗੈਨਿਜ਼ਮਸ ਥੋੜ੍ਹੇ ਜਿਹੇ ਪੈਦਾ ਹੋਏ, ਥੋੜ੍ਹੇ ਜਿਹੇ ਵਧੇ, ਲੇਕਿਨ ਜਦੋਂ ਹੀ ਉੱਥੇ ਹੜ੍ਹ ਹੁੜ ਆ ਗਿਆ, ਖ਼ਤਮ ਹੋ ਗਏ, ਤਾਂ ਫਿਰ ਤੀ ਉੱਥੇ ਨਵੀਂ ਕਮਿਊਨਿਟੀ, ਨਵੀਂ ਸਪੀਸ਼ੀਜ਼ ਨਾਲ ਸਕਸੈਸ਼ਨ ਜਿਹੜਾ ਉਹ ਸਟਾਰਟ ਹੋਏਗਾ। ਜਿੱਦਾਂ ਲਾਵਾ ਆ ਗਿਆ, ਬੇਅਰ ਰੌਕ ਜਿੱਥੇ ਵੀ ਹੋਏਗਾ, ਜਾਂ ਪਹਿਲਾਂ ਕੋਈ ਪੌਂਡ ਬਣਿਆ, ਕੋਈ ਪੌਂਡ 'ਚ ਵੈਟਲੈਂਡ ਵਗੈਰਾ ਬਣੇ, ਉੱਥੇ ਜਿਹੜਾ ਸਕਸੈਸ਼ਨ ਆ ਉਹ ਸਟਾਰਟ ਹੋਏਗਾ, ਉਹਨੂੰ ਆਪਾਂ ਕਹਿੰਦੇ ਆ ਪ੍ਰਾਇਮਰੀ ਸਕਸੈਸ਼ਨ। ਫਿਰ ਬੇਟਾ ਜੇ ਅਸੀਂ ਗੱਲ ਕਰੀਏ ਸੈਕੰਡਰੀ ਸਕਸੈਸ਼ਨ ਦੀ, ਤਾਂ ਇਹ ਹੁੰਦਾ ਆ ਉਸ ਏਰੀਆ 'ਚ ਕਿ ਜਿੱਥੇ ਪਹਿਲਾਂ ਕਮਿਊਨਿਟੀ ਸੀਗੀ, ਪਰ ਉਹ ਕਮਿਊਨਿਟੀ ਕਿਸੇ ਕਾਰਨ ਤਹਿਸ ਨਹਿਸ ਹੋ ਗਈ, ਚਾਹੇ ਲਾਵਾ ਆ ਗਿਆ, ਭੂਕੰਪ ਆ ਗਿਆ, ਹੜ੍ਹ ਆ ਗਏ, ਕੁਛ ਵੀ ਉੱਥੇ ਘਟਨਾ ਘਟੀ, ਉਹਦੇ ਕਾਰਨ ਸਾਰਾ ਜਿਹੜਾ ਵੈਜੀਟੇਸ਼ਨ ਹੋਏ, ਐਨੀਮਲਸ ਹੋਏ, ਬੰਦੇ ਹੋਏ, ਉਹਨਾਂ ਦੀ ਡੈਥ ਹੋ ਗਈ। ਅਤੇ ਫਿਰ ਤੀ ਉੱਥੇ ਦੂਸਰੀ ਕਮਿਊਨਿਟੀਜ਼ ਦਾ ਡਿਵੈਲਪਮੈਂਟ ਸਟਾਰਟ ਹੋਏਗਾ, ਉਹਨੂੰ ਅਸੀਂ ਕਹਿੰਦੇ ਹਾਂ ਸੈਕੰਡਰੀ ਸਕਸੈਸ਼ਨ। ਸੈਕਿੰਡ ਅਤੇ ਫਸਟ ਇੱਦਾਂ ਤੁਸੀਂ ਯਾਦ ਰੱਖ ਲੈਣਾ। ਲੈਂਡਸਲਾਈਡ ਹੋ ਗਈ, ਡਰੌਟ ਹੋ ਗਿਆ। ਇੱਥੇ ਮੈਂ ਡਿਫਰੈਂਸ ਦੱਸਿਆ ਆ ਪਾਇਨੀਅਰ ਕਮਿਊਨਿਟੀ ਅਤੇ ਕਲਾਈਮੈਕਸ ਕਮਿਊਨਿਟੀ 'ਚ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹਦੇ ਵਿੱਚ ਚੇਂਜਸ ਹੁੰਦੀਆਂ, ਇਹਦੇ ਵਿੱਚ ਨਾਮ ਮਾਤਰ ਚੇਂਜਸ ਹੁੰਦੀਆਂ ਆ। ਇਹ ਲੰਬੇ ਸਮੇਂ ਬੇਅਰ ਏਰੀਆ 'ਤੇ ਡਿਵੈਲਪ ਹੁੰਦੀ ਹੈ, ਫਸਟ ਟੂ ਡਿਵੈਲਪ, ਇਹ ਲਾਸਟ ਟੂ ਡਿਵੈਲਪ। ਤਾਂ ਇੱਦਾਂ ਦੇ ਕੁਛ ਫੈਕਟਰਸ ਹੈਗੇ ਆ ਜਿਹੜੇ ਤੁਸੀਂ ਪੜ੍ਹ ਲੈਣੇ, ਵੈਸੇ ਹੀ ਦੇ ਦਿੱਤਾ ਹੈਗਾ ਆ, ਤੁਹਾਨੂੰ ਪਤਾ ਹੋਣਾ ਚਾਹੀਦਾ। ਫਿਰ ਬੇਟਾ ਸਕਸੈਸ਼ਨ ਜਿਹੜਾ ਹੈ ਨਾ, ਦੋ ਤਰੀਕੇ ਨਾਲ ਹੁੰਦਾ, ਜਾਂ ਦੋ ਸਿਸਟਮਸ 'ਤੇ ਹੁੰਦਾ ਆ, ਜਾਂ ਦੋ ਤਰ੍ਹਾਂ ਦਾ ਹੁੰਦਾ ਆ, ਅਸੀਂ ਕਹਿ ਸਕਦੇ। ਇੱਕ ਜਿਹੜਾ ਪਾਣੀ 'ਚ ਹੁੰਦਾ ਆ, ਪਾਣੀ ਮਤਲਬ ਵਾਟਰ, ਹਾਈਡਰੋਜਨ ਤੋਂ ਬਣਦਾ ਆ, ਤਾਂ ਪਾਣੀ 'ਚ ਹੋਣ ਵਾਲਾ, ਜਾਂ ਇਕੁਐਟਿਕ ਜਾਂ ਵਾਟਰ ਬੋਡੀਜ਼ ਜਿਹੜਾ ਸਕਸੈਸ਼ਨ ਹੁੰਦਾ, ਉਹਨੂੰ ਆਪਾਂ ਕਹਿੰਦੇ ਆ ਹਾਈਡਰੋਸਿਰੇ ਜਾਂ ਹਾਈਡਰਾਰਕ, ਦੋਨੋਂ ਨਾਮ ਯਾਦ ਰੱਖਣੇ ਆ। ਔਰ ਜਿਹੜਾ ਟੈਰੇਸਟਰੀਅਲ ਸਿਸਟਮ 'ਚ ਹੁੰਦਾ ਆ, ਉਹਨੂੰ ਆਪਾਂ ਕਹਿੰਦੇ ਜ਼ੈਰਿਕ ਕੰਡੀਸ਼ਨ ਜਾਂ ਜ਼ੀਰੋ ਸਿਰੇ। ਦੋਨੋਂ ਹੀ ਤੁਹਾਡੇ ਸਿਲੇਬਸ 'ਚ ਆ, ਦੋਨੋਂ ਪੜ੍ਹਨੇ ਆ। ਇਹ ਜਸਟ ਡੈਫੀਨੇਸ਼ਨ ਸੀਗੀ। ਆ ਬੇਟਾ ਡਾਇਗ੍ਰਾਮ ਜਿੱਥੇ ਜਿੱਥੇ ਵੀ ਆਪਾਂ ਅੱਗੇ ਪੜ੍ਹਨਾ ਆ, ਉੱਥੇ ਤੁਸੀਂ ਇਹ ਸਾਰੇ ਇੱਦਾਂ ਦੇ ਡਾਇਗ੍ਰਾਮਸ ਬਣਾਉਣੇ ਆ, ਚਾਹੇ ਬੁੱਕ 'ਚੋਂ ਦੇਖ ਲਿਓ। ਮੈਂ ਇਕੱਠੇ ਬਣਾਤੇ ਆ, ਤੁਸੀਂ ਅਲੱਗ ਅਲੱਗ ਵੀ ਬਣਾ ਸਕਦੇ ਹੋ। ਹੁਣ ਜੇ ਅਸੀਂ ਹਾਈਡਰਾਰਕ ਦੀ ਗੱਲ ਕਰੀਏ ਤਾਂ ਸਟੇਜਸ ਕੀ ਆ? ਪਹਿਲਾਂ ਪਾਇਨੀਅਰ ਕਮਿਊਨਿਟੀ ਡਿਵੈਲਪ ਹੋਏਗੀ, ਮਤਲਬ ਸਟਾਰਟ ਹੋਏਗਾ। ਫਿਰ ਕਲਾਈਮੈਕਸ ਕਮਿਊਨਿਟੀ ਡਿਵੈਲਪ ਹੋਏਗੀ, ਮਤਲਬ ਸਟੇਬਲ ਇਕੋਸਿਸਟਮ ਬਣ ਜਾਊਗਾ। ਤਾਂ ਇਹਦੇ ਵਿੱਚ ਪਾਣੀ ਦੇ ਵਿੱਚ ਸਭ ਤੋਂ ਪਹਿਲਾਂ ਫਾਈਟੋਪਲੈਂਕਟਨਸ ਆਉਂਦੇ ਆ, ਫਿਰ ਫਲੋਟਿੰਗ ਪਲਾਂਟਸ, ਫਿਰ ਰੂਟਡ ਪਲਾਂਟਸ, ਫਿਰ ਝਾੜੀਆਂ ਜਿਹੀਆਂ ਆਉਂਦੀਆਂ ਆ, ਦੈਨ ਇੱਕ ਟਰੀ ਬਣ ਜਾਂਦਾ ਆ, ਜਾਂ ਵੱਡੇ ਟਰੀਜ਼ ਜਿਹੜੇ ਆ ਉਹ ਜਨਮ ਲੈਂਦੇ ਆ ਪਾਣੀ 'ਚ ਵੀ, ਹੈ ਨਾ। ਤੁਸੀਂ ਦੇਖਿਆ ਹੋਣਾ ਆ। ਅੱਗੇ ਅਸੀਂ ਥੋੜ੍ਹਾ ਜਿਹਾ ਅੱਗੇ ਡਿਫਰੈਂਟ ਸਟੇਜਸ ਪੜ੍ਹਾਂਗੇ। ਹੁਣ ਸੇਮ ਵੇ ਜੇ ਅਸੀਂ ਗੱਲ ਕਰੀਏ ਕਿ ਜਿਹੜਾ ਸਕਸੈਸ਼ਨ ਏਰੀਡ ਜਾਂ ਡਰਾਈ ਏਰੀਆਸ, ਏਰੀਡ ਨੂੰ ਡਰਾਈ ਏਰੀਆ ਵੀ ਕਹਿੰਦੇ ਆ, ਮਿੱਟੀ ਵੀ ਕਹਿ ਸਕਦੇ ਹਾਂ ਅਸੀਂ, ਟੈਰੇਸਟਰੀਅਲ ਸਿਸਟਮ ਵੀ ਕਹਿ ਸਕਦੇ ਹਾਂ। ਏਰੀਡ ਜਾਂ ਡਰਾਈ ਏਰੀਆ 'ਚ ਹੁੰਦਾ ਆ, ਉਹਨੂੰ ਅਸੀਂ ਜ਼ੀਰੋ ਸਿਰੇ ਕਹਿ ਦਿੰਦੇ ਹਾਂ, ਜ਼ੈਰਾਰਕ ਕਹਿ ਦਿੰਦੇ ਹਾਂ। ਇਹ ਵੀ ਦੋ ਤਰ੍ਹਾਂ ਦਾ ਹੁੰਦਾ, ਲਿਥੋਸਿਰੇ ਅਤੇ ਸੈਮੋਸਿਰੇ।
ਲਿਥੋਸਿਰੇ ਜਿਹੜਾ ਬੇਅਰ ਰੌਕਸ ਚਟਾਨਾਂ 'ਤੇ ਹੁੰਦਾ ਆ, ਸੈਮੋ ਜਿਹੜਾ ਸੈਂਡ 'ਤੇ ਹੁੰਦਾ ਆ। ਆ ਜਸਟ ਦਿਖਾਇਆ ਹੋਇਆ ਆ। ਇਹਦੀਆਂ ਵੀ ਸਟੇਜਸ ਆ ਕਿ ਜਦੋਂ ਜ਼ਰਾਰਕ ਤੁਸੀਂ ਸਕਸੈਸ਼ਨ ਪੜ੍ਹਨਾ ਆ ਤਾਂ ਸਭ ਤੋਂ ਪਹਿਲਾਂ ਟੈਰੇਸਟਰੀਅਲ ਸਿਸਟਮ 'ਤੇ ਲਾਈਕੇਨਸ ਦੇਖੇ ਗਏ ਸੀਗੇ। ਇਹ ਪਾਇਨੀਅਰ ਕਮਿਊਨਿਟੀ ਆ। ਫਿਰ ਆ ਵਿੱਚ ਵਾਲੀਆਂ ਜਿਹੜੀਆਂ ਮਰ ਕੇ ਹੋਰ ਥੋੜ੍ਹੇ ਹਾਇਰ ਪਲਾਂਟਸ ਆਉਂਦੇ ਗਏ, ਇਹਨਾਂ ਨੂੰ ਆਪਾਂ ਸੀਰਲ ਕਮਿਊਨਿਟੀ ਕਹਿੰਦੇ ਹਾਂ ਜਾਂ ਸੀਰਲ ਸਟੇਜਸ ਕਹਿੰਦੇ ਹਾਂ। ਫਿਰ ਲਾਸਟ ਜਦੋਂ ਵੱਡੇ ਵੱਡੇ ਦਰਖਤ ਗਰੋ ਕਰ ਗਏ, ਜਿੱਦਾਂ ਬੈਂਬੂ ਹੋ ਗਿਆ, ਯੂਕਲਿਪਟਸ ਹੋ ਗਿਆ, ਉਹ ਹੋ ਗਈ ਕਲਾਈਮੈਕਸ ਕਮਿਊਨਿਟੀ। ਹੁਣ ਜਿਹੜਾ ਅਸੀਂ ਪੜ੍ਹਨਾ ਆ ਉਹ ਹੈਗਾ ਆ ਹਾਈਡਰੋਸਿਰੇ। ਹਾਈਡਰੋਸਿਰੇ ਬੇਟਾ ਵੈਰੀ ਈਜ਼ੀ ਆ। ਹਾਈਡਰੋਸਿਰੇ ਮੈਂ ਪਹਿਲਾਂ ਵੀ ਦੱਸਿਆ ਪਾਣੀ ਦੇ ਵਿੱਚ। ਆ ਤੁਸੀਂ ਡਾਇਗਰਾਮ ਬਣਾ ਦੇਣਾ ਆ, ਆਪਣੇ ਹਿਸਾਬ ਨਾਲ ਇਹਨੂੰ ਮੋਡੀਫਾਈ ਕਰ ਸਕਦੇ ਆ, ਬਸ ਸਟੈਪਸ ਯਾਦ ਰੱਖ ਲੈਣੇ ਆ। ਇਹਦੇ ਵਿੱਚ ਸਭ ਤੋਂ ਪਹਿਲਾਂ ਪਲੈਂਕਟਨਸ ਡਿਵੈਲਪ ਹੋਏ ਸੀ। ਪਾਇਨੀਅਰ ਕਮਿਊਨਿਟੀ ਆ, ਉਹਦੇ ਵਿੱਚ ਬਲੂ ਗ੍ਰੀਨ ਐਲਗੇ ਆਉਂਦੇ ਆ। ਇਹ ਮਲਟੀਪਲਾਈ ਕੀਤੇ, ਗਰੋ ਕੀਤੇ, ਕਲੋਰੋਫਿਲ ਇਹਨਾਂ 'ਚ ਪ੍ਰੈਜ਼ੈਂਟ ਸੀਗਾ, ਹੈ ਨਾ। ਮਰੇ ਥੱਲੇ ਸੈਟਲ ਹੋ ਗਏ ਪੌਂਡ 'ਚ ਜਾਂ ਸਮੁੰਦਰ 'ਚ ਜਾਂ ਨਦੀ 'ਚ, ਅਤੇ ਆਰਗੈਨਿਕ ਮੈਟਰ ਵਧਿਆ। ਇਹਨਾਂ ਤੋਂ ਫਿਰ ਵੱਡੇ ਪਲਾਂਟਸ ਨੇ ਜਨਮ ਲਿਆ। ਰੂਟਡ ਸਬਮਰਜਡ ਪਲਾਂਟਸ ਆਏ ਜਾਂ ਸਟੇਜ ਆਈ। ਇਹ ਮਰੇ ਬਾਟਮ 'ਤੇ ਸੈਟਲ ਹੁੰਦੇ ਗਏ ਤਾਂ ਹੋਰ ਥੋੜ੍ਹੇ ਜਿਹੇ ਵੱਡੇ ਪਲਾਂਟਸ ਆਉਂਦੇ ਗਏ। ਰੂਟਡ ਫਲੋਟਿੰਗ ਸਟੇਜ ਜਾਂ ਫਲੋਟਿੰਗ ਪਲਾਂਟਸ ਆ ਗਏ। ਜਿੱਦਾਂ ਜਿੱਦਾਂ ਹੁਣ ਇਹ ਮਰ ਕੇ ਥੱਲੇ ਸੈਟਲ ਹੋਈ ਗਏ, ਪਾਣੀ ਦਾ ਲੈਵਲ ਉਨਾ ਘਟ ਹੀ ਗਿਆ, ਆਰਗੈਨਿਕ ਮੈਟਰ ਵਧੀ ਗਿਆ। ਠੀਕ ਹੈ। ਔਰ ਜਦੋਂ ਆਰਗੈਨਿਕ ਮੈਟਰ ਵਧੀ ਗਿਆ ਤਾਂ ਵੱਡੇ ਵੱਡੇ ਪਲਾਂਟਸ ਹੋਈ ਗਏ, ਜਿੱਦਾਂ ਨਲੰਬੋ, ਨਿੰਫੀਆ, ਟਰਾਪਾ। ਇਹ TRAPA ਟਰਾਪਾ ਤੁਸੀਂ ਲਿਖ ਲੈਣਾ ਇੱਥੇ। ਫ੍ਰੀ ਫਲੋਟਿੰਗ ਪਲਾਂਟਸ ਐਜ਼ੋਲਾ ਵਗੈਰਾ ਜਿਹੜੇ ਪੈਦਾ ਹੋਏ। ਫਿਰ ਬੇਟਾ ਇਸ ਤੋਂ ਇਹ ਮਰੇ ਥੱਲੇ ਸੈਟਲ ਹੋ ਗਏ, ਆਰਗੈਨਿਕ ਮੈਟਰ ਵਧਿਆ, ਪਾਣੀ ਦਾ ਲੈਵਲ ਘਟਿਆ, ਅਤੇ ਥੋੜ੍ਹੇ ਜਿਹੇ ਹੋਰ ਵੱਡੇ ਰੀਡ ਸਵੈਂਪ ਪਲਾਂਟਸ ਆ ਗਏ। ਇਹ ਐਮਫੀਬੀਅਨ ਸੀਗੇ, ਮਤਲਬ ਇਹਨਾਂ ਨੂੰ ਪਾਣੀ ਚਾਹੀਦਾ ਸੀ ਫਰਟੀਲਾਈਜੇਸ਼ਨ ਵਗੈਰਾ ਲਈ। ਔਰ ਵੈਸੇ ਦਲਦਲੀ ਏਰੀਆ 'ਚ ਕਹਿ ਸਕਦੇ ਹਾਂ ਅਸੀਂ ਕਿ ਸਵੈਂਪ ਹੁੰਦਾ ਦਲਦਲ, ਤਾਂ ਦਲਦਲੀ ਏਰੀਆ 'ਚ ਇਹ ਪਲਾਂਟਸ ਜਿਹੜੇ ਆ ਗਰੋ ਕੀਤੇ ਸੀਗੇ। ਟਾਈਫਾ ਹੋ ਗਿਆ, ਸੈਜੀਟੇਰੀਆ ਹੋ ਗਿਆ। ਇਹ ਹੁਣ ਫਸਟ ਜਿਵੇਂ ਹੀ ਪੌਂਡ ਡਿਵੈਲਪ ਹੋਇਆ ਉਦੋਂ ਨਹੀਂ ਤੁਹਾਨੂੰ ਦਿਖਣਗੇ, ਇਹ ਤੀਜੀ ਚੌਥੀ ਸਟੇਜ 'ਚ ਡਿਵੈਲਪ ਹੋਏ ਸੀ। ਪਹਿਲੇ ਛੋਟੇ ਛੋਟੇ ਪਲਾਂਟਸ ਹੋ ਕੇ ਮਰ ਗਏ। ਫਿਰ ਮੀਡੋ ਸਟੇਜ ਆ ਗਈ ਕਿ ਵਾਟਰ ਲੈਵਲ ਘਟਿਆ, ਆਰਗੈਨਿਕ ਮੈਟਰ ਇਨਕਰੀਜ਼ ਹੋਇਆ, ਤਾਂ ਹੋਰ ਵੱਡੇ ਪਲਾਂਟਸ ਨੇ ਜਿਹੜਾ ਜਨਮ ਲੈ ਲਿਆ, ਅਤੇ ਉਹਨਾਂ ਦੇ ਕਰੈਕਟਰ ਸੀਗੇ ਇਹ। ਦੈਨ ਵੁੱਡਲੈਂਡ ਸਟੇਜ ਆ ਗਈ। ਮੈਂ ਪਹਿਲਾਂ ਵੀ ਦੱਸਿਆ ਕਿ ਆ ਇਕੁਐਟਿਕ ਪੂਰੇ ਪਾਣੀ 'ਚ ਸੀਗੇ, ਹੌਲੀ ਹੌਲੀ ਪਾਣੀ ਦਾ ਲੈਵਲ ਘਟੀ ਗਿਆ ਤਾਂ ਆ ਥੋੜ੍ਹੀ ਜਿਹੀ ਟੈਰੇਸਟਰੀਅਲ ਜਿਹੇ ਵਰਗੀ ਜਾਂ ਟੈਰੇਸਟਰੀਅਲ ਸਿਸਟਮ ਡਿਵੈਲਪ ਹੋ ਗਿਆ। ਅਤੇ ਪਾਣੀ 'ਚ ਵੀ ਹੋਰ ਥੋੜ੍ਹੇ ਹਾਇਰ ਪਲਾਂਟਸ ਆ ਗਏ। ਵੁੱਡਲੈਂਡ ਸਟੇਜ ਹੋ ਗਈ ਕਿ ਇੱਦਾਂ ਆ ਥੋੜ੍ਹੇ ਵੱਡੇ ਵੱਡੇ ਟਰੀਜ਼ ਵਗੈਰਾ। ਨੋ ਡਾਊਟ ਇਹ ਉਨੇ ਸਟਰੋਂਗ ਜਾਂ ਹਾਰਡ ਵੁੱਡ ਟਰੀਜ਼ ਨਹੀਂ ਸੀਗੇ, ਸੌਫਟ ਹੀ ਸੀਗੇ, ਪਰ ਵੱਡੇ ਸੀਗੇ ਪਹਿਲੇ ਵਾਲੇ ਪਲਾਂਟਸ ਨਾਲੋਂ। ਫਿਰ ਇਹ ਫੋਰੈਸਟ ਸਟੇਜ ਹੈਗੀ ਆ, ਪਰ ਪੌਂਡ ਜਾਂ ਇਕੁਐਟਿਕ ਸਿਸਟਮ 'ਚ ਹੀ ਆ। ਜਾਂ ਸਟਾਰਟਿੰਗ 'ਚ ਪਹਿਲਾਂ ਪਾਣੀ ਸੀਗਾ, ਫਿਰ ਪਾਣੀ ਤੋਂ ਕਿੱਦਾਂ ਟੈਰੇਸਟਰੀਅਲ ਸਿਸਟਮ ਤੱਕ ਪਹੁੰਚੇ ਅਸੀਂ, ਉਹ ਸਟੇਜਸ ਆ। ਤਾਂ ਦੈਨ ਲਾਸਟ ਸਟੇਜ ਹੈਗੀ ਆ ਹਾਈਡਰੋਆਰਕ 'ਚ ਵੀ ਫੋਰੈਸਟ ਸਟੇਜ ਜਾਂ ਕਲਾਈਮੈਕਸ ਕਮਿਊਨਿਟੀ। ਵੁੱਡਲੈਂਡ ਤੋਂ ਬਾਅਦ 'ਚ ਵੱਡੇ ਟਰੀਜ਼ ਡਿਵੈਲਪ ਹੋਏ। ਇਹ ਤਾਂ ਸੀਗਾ ਪੌਂਡ ਇਕੋਸਿਸਟਮ ਜਾਂ ਹਾਈਡਰਾਰਕ ਕੰਡੀਸ਼ਨ। ਨੈਕਸਟ ਜ਼ੈਰਿਕ ਜਾਂ ਜ਼ੀਰੋ ਸਿਰੇ ਵੀ ਇਹੀ ਆ। ਇੱਥੇ ਬੇਟਾ ਪ੍ਰੋਗਰੈਸ ਜੀ ਆਉਣਾ ਆ, ਹੈ ਨਾ। ਇਟ ਅਕਰਸ ਇਨ ਡਰਾਈ ਏਰੀਆਸ ਐਂਡ ਸੀਰੀਜ਼ ਪ੍ਰੋਗਰੈਸ ਫਰੋਮ ਜ਼ੈਰਿਕ ਟੂ ਮੈਜ਼ਿਕ ਕੰਡੀਸ਼ਨ। ਅਤੇ ਕਿੱਦਾਂ ਬੇਅਰ ਏਰੀਆ ਤੋਂ ਜਾਂ ਬੇਅਰ ਰੌਕ ਤੋਂ ਸਟਾਰਟ ਹੋਇਆ ਕਿ ਸਭ ਤੋਂ ਪਹਿਲਾਂ ਕੁਛ ਨਹੀਂ ਸੀਗਾ, ਬੰਜਰ ਜ਼ਮੀਨ 'ਤੇ ਪੱਥਰਾਂ 'ਤੇ ਚੱਟਾਨਾਂ 'ਤੇ ਫਸਟ ਲਾਈਫ ਓਰੀਜੀਨੇਟ ਹੋਈ। ਫਿਰ ਕਿਸੇ ਕਾਰਨ ਉਹ ਲਾਈਫ ਦੀ ਡੈਥ ਹੋਈ ਤਾਂ ਨਵੀਂ ਕਮਿਊਨਿਟੀ ਸਟਾਰਟ ਹੋਈ, ਤਾਂ ਉਹ ਸੈਕੰਡਰੀ ਸਕਸੈਸ਼ਨ ਹੋ ਜਾਣਾ।
ਹੁਣ ਫਸਟ ਜਿਹੜੇ ਟੈਰੇਸਟਰੀਅਲ ਸਿਸਟਮ ਜਾਂ ਜ਼ੈਰਿਕ ਕੰਡੀਸ਼ਨ ड्राई ਕੰਡੀਸ਼ਨ ਦੇ ਵਿੱਚ ਜਿਹੜੇ ਸਭ ਤੋਂ ਪਹਿਲੇ ਪਲਾਂਟਸ ਰੌਕਸ 'ਤੇ ਦੇਖੇ ਗਏ ਉਹ ਸੀਗੇ ਕਰਸਟੋਸ ਲਾਈਕੇਨ LICHEN ਲਾਈਕੇਨ। ਠੀਕ ਹੈ, ਲਾਈਕੇਨ ਤੁਹਾਨੂੰ ਪਤਾ ਹੀ ਆ ਐਲਗਲ ਫੰਗਲ ਐਸੋਸੀਏਸ਼ਨ, ਇਹ ਲਾਈਕੇਨ ਦਾ ਸੀਗਾ। ਇਸ ਤੋਂ ਬਾਅਦ ਫੋਲੀਏਸ ਲਾਈਕਨ, ਵੱਡੇ ਥੋੜ੍ਹੇ ਜਿਹੇ ਲਾਈਕਨ ਉਹ ਮਰ ਗਏ, ਥੱਲੇ ਸੈਟਲ ਹੋ ਗਏ, ਆਰਗੈਨਿਕ ਮੈਟਰ ਮਿੱਟੀ 'ਚ ਮਿਲ ਗਏ, ਆਰਗੈਨਿਕ ਮੈਟਰ ਇਨਕਰੀਜ਼ ਹੋਇਆ ਤਾਂ ਉਹਨਾਂ ਤੋਂ ਥੋੜ੍ਹੀਆਂ ਜਿਹੀਆਂ ਵੱਡੀਆਂ ਹੋਰ ਨਿਊਟ੍ਰੀਟਿਵ ਲਾਈਕਨਸ ਨੇ ਜਨਮ ਲਿਆ। ਫੋਲੀਏਸ ਲਾਈਕਨ ਆ ਦੇਖੋ ਥੋੜ੍ਹੀਆਂ ਜਿਹੀਆਂ ਉਹਦੇ ਨਾਲੋਂ ਵੱਡੀਆਂ ਆ ਪੱਤੇ ਪੱਤੇ ਜਿਹੇ ਦਿਖ ਰਹੇ ਆ, ਹੈ ਨਾ। ਫਿਰ ਮੌਸ ਸਟੇਜ ਆ ਗਈ। ਮੌਸ ਸਟੇਜ ਪਤਾ ਆ ਇਹ ਪੈਚਸ ਇੱਦਾਂ ਡਿਵੈਲਪ ਹੋਈ ਪੂਰੇ ਹਲਕੇ ਜਿਹੇ ਥੱਲੇ ਰਾਈਜ਼ੋਇਡਸ ਆ ਗਏ। ਬ੍ਰਾਇਓਫਾਈਟਸ ਪੜ੍ਹੇ ਆ ਨਾ ਤੁਸੀਂ, ਰਾਈਜ਼ੋਇਡਸ ਆ ਗਏ, ਹੈ ਨਾ। ਥੋੜ੍ਹਾ ਉੱਥੇ ਇਨਵਾਇਰਮੈਂਟਲ ਕੰਡੀਸ਼ਨਸ ਚੇਂਜ ਹੋਈਆਂ, ਆਰਗੈਨਿਕ ਮੈਟਰ ਵਧਿਆ ਤਾਂ ਫਿਰ ਇਹ ਵੀ ਮਰੇ, ਇਹ ਮਿੱਟੀ 'ਚ ਮਿਲੇ, ਆਰਗੈਨਿਕ ਮੈਟਰ ਡਿਵੈਲਪ ਹੋਇਆ ਹੋਰ ਜ਼ਿਆਦਾ। ਅਤੇ ਹਰਬ ਸਟੇਜ ਆ ਗਈ ਇੱਦਾਂ ਹੀ, ਫਿਰ ਹਰਬਸ ਘਾਹ ਵਗੈਰਾ ਬਣ ਗਏ। ਇਹਨਾਂ ਤੋਂ ਬਾਅਦ ਸ਼ਰਬ ਸਟੇਜ ਆ ਗਈ। ਸ਼ਰਬ ਸਟੇਜ ਤੋਂ ਬਾਅਦ 'ਚ ਪੂਰੀ ਫੋਰੈਸਟ ਡਿਵੈਲਪ ਹੋ ਗਿਆ। ਇੱਕ ਕਲਾਈਮੈਕਸ ਸਟੇਜ ਜਾਂ ਕਲਾਈਮੈਕਸ ਕਮਿਊਨਿਟੀ ਜਿਹੜੀ ਆ ਉਹ ਡਿਵੈਲਪ ਹੋ ਗਈ। ਹੁਣ ਕਲਾਈਮੈਕਸ ਜਿੱਦਾਂ ਫਸਟ ਸਟੇਜ ਤੁਸੀਂ ਦੇਖੇ ਸੀ ਲਾਈਕਨਸ ਅਤੇ ਫੋਰੈਸਟ 'ਚ ਕਿੰਨਾ ਫਰਕ ਆ ਔਰ ਟਰੀ 'ਚ ਕਿੰਨਾ ਫਰਕ ਆ। ਲਾਈਕਨਸ ਜਦੋਂ ਡਿਵੈਲਪ ਹੋਏ ਬਹੁਤ ਸਾਰੀਆਂ ਚੇਂਜਸ ਹੋਈਆਂ, ਦਿਖ ਰਹੀਆਂ ਸੀ ਚੇਂਜਸ, ਔਰ ਕਲਾਈਮੈਕਸ ਤੱਕ ਆਉਂਦੇ ਆਉਂਦੇ ਮਾਈਨਰ ਚੇਂਜਸ ਹੋਈਆਂ ਆ। ਹੁਣ ਤੁਹਾਨੂੰ ਆ ਫੋਰੈਸਟ ਵਗੈਰਾ ਜੋ ਕੁਝ ਚੇਂਜ ਦਿਖ ਰਹੀ ਆ, ਹਾਂ ਇਹ ਹੈ ਕਿ ਹੜ੍ਹ ਆ ਗਿਆ, ਭੂਕੰਪ ਆ ਗਿਆ, ਤਹਿਸ ਨਹਿਸ ਹੋ ਗਿਆ, ਉਹ ਗੱਲ ਵੱਖਰੀ ਆ। ਪਰ ਉੱਦਾਂ ਕਮਿਊਨਿਟੀ 'ਚ ਜਾਂ ਸਪੀਸ਼ੀਜ਼ 'ਚ ਆਪਾਂ ਨੂੰ ਕੋਈ ਜ਼ਿਆਦਾ ਚੇਂਜਸ ਨਹੀਂ ਦਿਖਦੇ। ਤਾਂ ਬੇਟਾ ਜਿਵੇਂ ਹੁਣ ਗੜ੍ਹਸ਼ੰਕਰ 'ਚ ਤੁਸੀਂ ਰੋਜ਼ ਪੜ੍ਹਨ ਆਉਂਦੇ ਹੋ ਜਾਂ ਆਪਣੇ ਪਿੰਡ 'ਚ ਜਿੱਥੇ ਵੀ ਤੁਸੀਂ ਰਹਿੰਦੇ ਹੋ ਸ਼ਹਿਰ 'ਚ, ਆਲੇ ਦੁਆਲੇ ਦੇਖੋ ਕੀ ਚੇਂਜਸ ਆ। ਨਥਿੰਗ। ਨੈਚੁਰਲ ਸਿਸਟਮ 'ਚ ਤਾਂ ਕੋਈ ਮਾਈਨਰ ਕੋਈ ਚੇਂਜ ਹੋਏਗੀ, ਵੈਸੇ ਕੋਈ ਚੇਂਜ ਨਹੀਂ ਹੈਗੀ। ਤਾਂ ਆਪਾਂ ਸਾਰੇ ਜਿਹੜੇ ਆ ਹਜ਼ਾਰਾਂ ਮਿਲੀਅਨ ਈਅਰਸ ਬਾਅਦ, 1000 ਈਅਰਸ ਬਾਅਦ ਆਪਾਂ ਇੱਕ ਸਟੇਬਲ ਕਮਿਊਨਿਟੀ 'ਚ ਰਹਿ ਰਹੇ ਹਾਂ। ਸਾਡੀ ਕਮਿਊਨਿਟੀ 'ਚ ਹੁਣ ਚੇਂਜਸ ਹੈ ਨਹੀਂ ਗਿਆ, ਪਰ ਇਹ ਡਿਵੈਲਪਮੈਂਟ ਪਾਇਨੀਅਰ ਸਪੀਸ਼ੀਜ਼ ਜਾਂ ਪਾਇਨੀਅਰ ਕਮਿਊਨਿਟੀ ਤੋਂ ਸ਼ੁਰੂ ਹੋਇਆ ਸੀ, ਅੱਜ ਸਾਡੀ ਕਲਾਈਮੈਕਸ ਕਮਿਊਨਿਟੀ ਤੱਕ ਪਹੁੰਚ ਗਿਆ। ਹੁਣ ਸਮੇਂ ਸਿਰ ਜਿਹੜੇ ਵੀ ਪਲਾਂਟ ਐਨੀਮਲਸ ਆਉਂਦੇ ਗਏ, ਉਹਨਾਂ 'ਚ ਕੁਛ ਤਾਂ ਮਰਦੇ ਗਏ, ਕੁਛ ਇੱਕ ਦੋ ਜਾਤੀਆਂ ਜਿਹੜੀਆਂ ਉਹਨਾਂ ਦੀਆਂ ਸਰਵਾਈਵ ਕਰੀ ਗਈਆਂ ਉਹੀ ਅੱਗੇ ਮੂਵ ਕਰਦੀਆਂ। ਠੀਕ ਹੈ, ਮਰਨਾ ਤਾਂ ਹੈਗਾ ਹੀ ਆ, ਅਸੀਂ ਵੀ ਮਰਨਾ ਆ, ਸਾਰਿਆਂ ਨੇ ਮਰਨਾ ਆ, ਪਰ ਨਵੇਂ ਜਿਹੜੇ ਸਪੀਸ਼ੀਜ਼ ਆਏ ਆ ਪਲਾਂਟਸ ਐਨੀਮਲਸ ਦੇ ਵਿੱਚ, ਉਹ ਹੋ ਗਈ ਸਟੇਬਲ ਕਮਿਊਨਿਟੀ ਜਦੋਂ ਪੂਰੀ ਤਰ੍ਹਾਂ ਵਿਕਸਿਤ ਹੋ ਗਏ। ਬੁੱਕ 'ਚ ਦੇਖ ਲਿਓ ਤੁਸੀਂ, ਬੁੱਕ 'ਚ ਵੀ ਅੱਛਾ ਹੈ। ਇਹ ਤਾਂ ਮੈਂ ਪੁਆਇੰਟਸ ਲਿਖੇ ਸੀਗੇ ਤਾਂ ਕਿ ਤੁਹਾਨੂੰ ਸਮਝ ਆ ਜਾਏ, ਫਿਰ ਬੁੱਕ 'ਚੋਂ ਪੜ੍ਹਨਾ ਈਜ਼ੀ ਹੁੰਦਾ ਆ। ਪੜ੍ਹ ਲਿਓ। ਕਿਤੇ ਕਿਤੇ ਬੇਟਾ ਉਹ ਸਲਾਈਡ ਟਾਈਪਿੰਗ ਦੇ ਵਿੱਚ ਮਿਸਟੇਕ ਹੋਈ ਆ ਸਪੈਲਿੰਗ 'ਤੇ, ਉਹ ਤੁਸੀਂ ਦੇਖ ਲਿਓ। ਬਾਕੀ ਇਹ ਵੀ ਪੜ੍ਹ ਲਿਆ ਤਾਂ ਠੀਕ ਹੈ, ਕੋਈ ਗੱਲ ਨਹੀਂ, ਇਹਦੇ ਵਿੱਚ ਵੀ ਸਫੀਸ਼ੀਐਂਟ ਮੈਟਰ ਆ। ਓਕੇ, ਪੜ੍ਹ ਲਿਓ, ਨਹੀਂ ਸਮਝ ਆਇਆ ਤਾਂ ਦੁਬਾਰਾ ਪੁੱਛ ਲਿਓ। Till then, goodbye.